ਸਤਿ ਸ਼੍ਰੀ ਅਕਾਲ ਜੀ। ਕਿਤਾਬ ਰਾਹ ਰਸਤੇ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਹੋਰ ਰੁਕਣਾ ਮਨਾ ਹੈ। ਉਖੜੇ ਹੋਏ ਝੰਡੇ ਜਾਂ ਡਿੱਗੇ ਹੋਏ ਤੰਬੂ ਜਾਂ ਬੁਝੇ ਹੋਏ ਚੁੱਲ੍ਹੇ ਜਾਂ ਹਾਰੀਆਂ ਹੋਈਆਂ ਫੌਜਾਂ ਕਿਸੇ ਦੀ ਧਰਵਾਸ ਨਹੀਂ ਬਣਦੀਆਂ। ਜਦੋਂ ਤੱਕ ਅਸੀਂ ਕਿਸੇ ਦੀ ਧਰਵਾਸ ਨਹੀਂ ਬਣਦੇ ਜਾਂ ਕਿਸੇ ਦੀ ਜ਼ਿੰਦਗੀ ਦਾ ਸਿਰਲੇਖ ਨਹੀਂ ਬਣਦੇ ਜਾਂ ਕਿਸੇ ਨੂੰ ਆਪਣੀ ਜਿੰਦ ਦਾ ਸਿਰਨਾਮਾ ਨਹੀਂ ਬਣਾਉਂਦੇ ਜਾਂ ਇੱਕ ਦੂਜੇ ਦੇ ਜੀਵਨ ਦਾ ਮੌਸਮ ਨਹੀਂ ਬਣਦੇ, ਉਦੋਂ ਤੱਕ ਸਾਡੇ ਵਿੱਚ ਉੱਚੇ ਇਰਾਦੇ ਜਾਂ ਬੁਲੰਦ ਹਿੰਮਤਾਂ ਵੀ ਨਹੀਂ ਉਪਜਦੀਆਂ। ਹਾਰੀਆਂ ਹੋਈਆਂ ਹਿੰਮਤਾਂ ਸਰੀਰ ਵਿੱਚੋਂ ਜੀਵਨ ਰਸ ਅਤੇ ਜੀਵਨ ਤਾਂਘ ਚੂਸ ਲੈਂਦੀਆਂ ਹਨ। ਸਾਡੀਆਂ ਸੀਮਾਵਾਂ ਸਾਡੇ ਸੁਆਰਥਾਂ ਦੀਆਂ ਸੀਮਾਵਾਂ ਹੁੰਦੀਆਂ ਹਨ। ਨਿਰਸੁਆਰਥ ਮਨੁੱਖ ਸੀਮਾਵਾਂ ਤੋਂ ਮੁਕਤ ਹੋ ਕੇ ਸੰਭਾਵਨਾਵਾਂ ਦੇ ਰਾਹ ਪੈ ਜਾਂਦਾ ਹੈ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਯੋਗਤਾਵਾਂ ਅਤੇ ਸੰਭਾਵਨਾਵਾਂ ਜਾਗ ਪੈਂਦੀਆਂ ਹਨ। ਸਾਨੂੰ ਪ੍ਰਭਾਵਿਤ ਉਹੀ ਕਰਦੇ ਹਨ ਜਿਨ੍ਹਾਂ ਦੀ ਸੋਚ ਉਹਨਾਂ ਦੇ ਕਾਰਜਾਂ ਨਾਲ ਇਕਸੁਰ ਹੁੰਦੀ ਹੈ। ਅਸੀਂ ਨਿੰਦਾ ਉਹਨਾਂ ਦੀ ਕਰਦੇ ਹਾਂ ਜਿਨ੍ਹਾਂ ਦੇ ਸਰੀਰ ਉਹਨਾਂ ਦੀ ਆਤਮਾ ਨਾਲ ਨਹੀਂ ਚੱਲਦੇ। ਇਕਸੁਰਤਾ ਦੀ ਅਣਹੋਂਦ ਅਨੇਕਾਂ ਹਾਰਾਂ ਅਤੇ ਅਸਫਲਤਾਵਾਂ ਨੂੰ ਸਿਰਜਣ ਦਾ ਕਾਰਨ ਬਣਦੀ ਹੈ। ਤਲਾਕ ਦਾ ਮੁਕੱਦਮਾ ਲੜਨ ਵਾਲੇ ਕਿਸੇ ਲਈ ਕੋਈ ਪ੍ਰੇਰਨਾਮਈ ਉਦਾਹਰਣ ਨਹੀਂ ਸਿਰਜ ਸਕਦੇ। ਕਾਂ ਵੀ ਕਾਲਾ ਹੈ, ਕੋਇਲ ਵੀ ਕਾਲੀ ਹੈ, ਪਰ ਅੰਤਰ ਤਾਂ ਉਹਨਾਂ ਦੀ ਬੋਲੀ ਅਤੇ ਕਾਰਜਕਾਰੀ ਵਿੱਚ ਹੁੰਦਾ ਹੈ। ਜਦੋਂ ਤੱਕ ਉਦੇਸ਼ ਅਤੇ ਆਦਰਸ਼ ਸਪਸ਼ਟ ਨਾ ਹੋਣ, ਜ਼ਿੰਦਗੀ ਚੋਂਦੇ ਹੋਏ ਘੜੇ ਵਾਂਗ ਸਦਾ ਖਾਲੀ ਹੀ ਰਹੇਗੀ। ਗੁਰੂ ਗੋਬਿੰਦ ਸਿੰਘ ਉੱਚੇ ਆਦਰਸ਼ਾਂ ਦਾ ਮੁਜੱਸਮਾ ਸਨ। ਪੰਜ ਪਿਆਰੇ ਉਹਨਾਂ ਦੇ ਵਿਸ਼ਾਲ ਅਤੇ ਸਦੀਵੀ ਲਸ਼ਕਰ ਦਾ ਪ੍ਰਤੀਕ ਸਨ। ਗੁਰੂ ਗੋਬਿੰਦ ਸਿੰਘ ਨੂੰ ਵੱਡੀਆਂ ਮੁਸੀਬਤਾਂ ਅਤੇ ਅਨੇਕਾਂ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਹਨਾਂ ਦੀ ਉਦਾਹਰਣ ਸਭਨੀ ਥਾਈਂ ਇੱਕ ਸਫਲ ਮਹਾਂਪੁਰਸ਼ ਵਜੋਂ ਹੀ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਮੁਸੀਬਤਾਂ ਅਤੇ ਮੁਸ਼ਕਲਾਂ ਵਿੱਚ ਘਿਰ ਜਾਵੋ ਤਾਂ ਸੋਚਣਾ ਕਿ ਕੀ ਤੁਹਾਡੀਆਂ ਮੁਸੀਬਤਾਂ ਗੁਰੂ ਗੋਬਿੰਦ ਸਿੰਘ ਦੀਆਂ ਮੁਸ਼ਕਲਾਂ ਨਾਲੋਂ ਵੀ ਵੱਡੀਆਂ ਹਨ। ਗੁਰੂ ਗੋਬਿੰਦ ਸਿੰਘ ਦਾ ਮੂੰਹ ਸੂਰਜ ਵੱਲ ਨਹੀਂ ਸੀ, ਉਹ ਆਪ ਹੀ ਸੂਰਜ ਸਨ। ਉਹ ਦਰਿਆਵਾਂ ਨੂੰ ਨਹੀਂ ਸਨ ਵੇਖਦੇ, ਦਰਿਆ ਉਹਨਾਂ ਨੂੰ ਵੇਖਦੇ ਸਨ। ਉਹ ਜਾਗੀ ਹੋਈ ਹਿੰਮਤ ਦਾ ਪ੍ਰਤੀਕ ਸਨ। ਜੇਕਰ ਆਪਣਾ ਮੂੰਹ ਸੂਰਜ ਵੱਲ ਰੱਖੋਗੇ ਤਾਂ ਸੰਸਿਆਂ ਦੇ ਪਰਛਾਵੇਂ ਵਿਖਾਈ ਨਹੀਂ ਦੇਣਗੇ। ਜਦੋਂ ਜ਼ਿੰਦਗੀ ਸੰਸਿਆਂ ਵਿੱਚੋਂ ਬਾਹਰ ਆ ਜਾਂਦੀ ਹੈ ਤਾਂ ਇਹ ਸੰਭਾਵਨਾਵਾਂ ਦੇ ਰਾਹ ਪੈ ਜਾਂਦੀ ਹੈ। ਸਫਲਤਾ ਮਿਹਨਤ ਵੱਲੋਂ ਜ਼ਿੰਦਗੀ ਨੂੰ ਦਿੱਤਾ ਹੁੰਗਾਰਾ ਹੁੰਦੀ ਹੈ। ਆਪਣੇ ਵਿਚਾਰ ਬਦਲ ਲਵੋ, ਤੁਹਾਡਾ ਸੰਸਾਰ ਬਦਲ ਜਾਵੇਗਾ। ਉਸਾਰੂ ਵਿਚਾਰਾਂ ਨੂੰ ਹੁੰਗਾਰਾ ਦਿਓ, ਤੁਹਾਡੇ ਵਿੱਚ ਹਿੰਮਤਾਂ ਜਾਗ ਪੈਣਗੀਆਂ। ਸਰੀਰ ਨੇ ਤੁਹਾਡੇ ਮਨ ਦੇ ਚਲਾਇਆ ਚੱਲਣਾ ਹੈ। ਇਸ ਤੋਂ ਹਿੰਮਤ ਮੰਗੋ, ਇਹ ਹਿੰਮਤ ਉਪਜਾਏਗਾ। ਇਸ ਤੋਂ ਆਲਸ ਮੰਗੋਗੇ, ਇਹ ਆਲਸ ਉਪਜਾਏਗਾ। ਮਨ ਹੀ ਮਨੁੱਖ ਦਾ ਸਭ ਤੋਂ ਵੱਡਾ ਸਾਥੀ ਹੈ। ਮਨ ਹੀ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਹੈ। ਮਨ ਵਿਉਂਤਾਂ ਸਿਰਜਦਾ ਹੈ, ਸਰੀਰ ਉਹਨਾਂ ਵਿਉਂਤਾਂ ਨੂੰ ਅਮਲ ਵਿੱਚ ਲਿਆਉਂਦਾ ਹੈ। ਸਰੀਰ ਮਨ ਦਾ ਸੇਵਾਦਾਰ ਹੈ। ਕਰਮ ਤੋਂ ਬਿਨਾਂ ਸਾਰੇ ਸੰਸਾਰ ਦੇ ਸਿਧਾਂਤ ਨਿਰਰਥਕ ਹਨ। ਕਰਮ ਤੋਂ ਬਿਨਾਂ ਸੱਚੀ ਪ੍ਰਸੰਨਤਾ ਨਹੀਂ ਉਪਜਦੀ ਅਤੇ ਇਮਾਨਦਾਰੀ ਤੋਂ ਬਿਨਾਂ ਜਾਂ ਚੰਗੇ ਬਣੇ ਬਿਨਾਂ ਪ੍ਰਸੰਨ ਹੋਣਾ ਸੰਭਵ ਨਹੀਂ ਹੁੰਦਾ, ਕਿਉਂਕਿ ਪ੍ਰਸੰਨਤਾ ਸਦਾ ਹੀ ਚੰਗੇ ਕੰਮਾਂ ਦਾ ਨਤੀਜਾ ਹੁੰਦੀ ਹੈ। ਜੇ ਸਫਲਤਾ ਜਾਂ ਪ੍ਰਸੰਨਤਾ ਗੁਬਾਰੇ ਫੈਲਾਉਣ ਵਾਂਗ ਸੌਖੀ ਹੋ ਜਾਵੇ ਤਾਂ ਅਜਿਹੀ ਸਫਲਤਾ ਜਾਂ ਪ੍ਰਸੰਨਤਾ ਗੁਬਾਰੇ ਜਿੰਨੀ ਹੀ ਹੰਢਣਸਾਰ ਹੋਵੇਗੀ। ਇਸ ਸਫਲਤਾ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੋਣਗੀਆਂ। ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਰੁੱਖ ਜਲਦੀ ਨਹੀਂ ਮੁਰਝਾਉਂਦੇ, ਉਵੇਂ ਹੀ ਡੂੰਘੀਆਂ ਸੋਚਾਂ ਵਾਲੇ ਵਿਅਕਤੀ ਛੇਤੀ ਨਹੀਂ ਘਬਰਾਉਂਦੇ। ਸ਼ਕਤੀਸ਼ਾਲੀ ਰੁੱਖਾਂ ਵਾਂਗ ਉੱਚੇ ਇਰਾਦਿਆਂ ਵਾਲੇ ਮਨੁੱਖ ਵੀ ਭੈੜੇ ਪ੍ਰਭਾਵਾਂ ਤੋਂ ਬਚੇ ਰਹਿੰਦੇ ਹਨ। ਉਹ ਨੀਵੇਂ ਨਸ਼ੇ ਵਿੱਚ ਨਹੀਂ, ਉੱਚੀ ਖੁਮਾਰੀ ਵਿੱਚ ਰਹਿੰਦੇ ਹਨ। ਨਸ਼ੇ ਦੇ ਲੋਰ ਵਿੱਚ ਮਨੁੱਖ ਵਿੱਚ ਭੈੜੇ ਵਿਚਾਰਾਂ ਤੋਂ ਬਚਣ ਦੀ ਸਮਰੱਥਾ ਨਹੀਂ ਰਹਿੰਦੀ। ਭੈੜੇ ਵਿਚਾਰ ਜਾਂ ਭੈੜੇ ਵਿਹਾਰ ਦਾ ਕੇਵਲ ਵਿਰੋਧ ਕਰਕੇ ਹੀ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਉਸਾਰੂ ਅਤੇ ਸ਼ਕਤੀਸ਼ਾਲੀ ਵਿਚਾਰ ਉਸਾਰਨੇ ਪੈਣਗੇ, ਕਿਉਂਕਿ ਆਪਣਾ ਬਹੁਤਾ ਜੀਵਨ ਅਸੀਂ ਆਪਣੇ ਆਪ ਨਾਲ ਗੁਜ਼ਾਰਨਾ ਹੁੰਦਾ ਹੈ। ਸੋ ਜਦੋਂ ਤੱਕ ਤੁਹਾਡੀ ਆਪਣੇ ਆਪ ਬਾਰੇ ਰਾਏ ਚੰਗੀ ਨਹੀਂ ਬਣਦੀ, ਉਦੋਂ ਤੱਕ ਕੋਈ ਉਲੇਖਯੋਗ ਪਰਿਵਰਤਨ ਨਹੀਂ ਵਾਪਰੇਗਾ। ਜਦੋਂ ਅਸੀਂ ਕਿਸੇ ਦੂਜੇ ਵਿੱਚ ਦਿਲਚਸਪੀ ਲੈਂਦੇ ਵੀ ਹਾਂ ਤਾਂ ਉਹ ਵੀ ਥੋੜ੍ਹੇ ਜਿਹੇ ਸਮੇਂ ਲਈ ਹੀ ਹੁੰਦੀ ਹੈ, ਅਤੇ ਇਸ ਸਮੇਂ ਦੌਰਾਨ ਵੀ ਅਸੀਂ ਇਹੀ ਸੋਚਦੇ ਹਾਂ ਕਿ ਉਸ ਦੀ ਦਿਲਚਸਪੀ ਮੇਰੇ ਵਿੱਚ ਹੈ ਕਿ ਨਹੀਂ, ਉਹ ਮੇਰੀ ਪਹੁੰਚ ਵਿੱਚ ਹੈ ਕਿ ਨਹੀਂ, ਉਹ ਮੇਰੇ ਲਈ ਲਾਭਕਾਰੀ ਹੈ ਕਿ ਨਹੀਂ। ਪਰਿਵਾਰ ਅਤੇ ਸਮਾਜ ਸਾਨੂੰ ਸਖਤ ਮਿਹਨਤ ਕਰਨ ਦਾ ਅਵਸਰ ਹੀ ਦੇ ਸਕਦੇ ਹਨ। ਇਸ ਤੋਂ ਵਧੇਰੇ ਲਾਭਦਾਇਕ ਉਹਨਾਂ ਕੋਲ ਸਾਨੂੰ ਦੇਣ ਲਈ ਕੁਝ ਨਹੀਂ ਹੁੰਦਾ। ਕੁਝ ਪ੍ਰਾਪਤ ਕਰਨ ਜਾਂ ਨਾ ਪ੍ਰਾਪਤ ਕਰਨ ਦਾ ਫੈਸਲਾ ਅਤੇ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ। ਚੰਗੀ ਸਿਹਤ ਲਈ, ਪ੍ਰੀਖਿਆ ਦੀ ਤਿਆਰੀ ਲਈ, ਵਿਆਹ ਵਿੱਚ ਵਫਾਦਾਰੀ ਲਈ ਜਾਂ ਕਿਸੇ ਉਦੇਸ਼ ਦੀ ਪੂਰਤੀ ਵਾਸਤੇ ਹਿੰਮਤ ਜਟਾਉਣ ਲਈ ਫੈਸਲਾ ਅਸੀਂ ਆਪ ਹੀ ਕਰਨਾ ਹੁੰਦਾ ਹੈ। ਦੂਜੇ ਲੋਕ ਸਾਡੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ।
ਫੈਸਲੇ ਕਰਨੇ ਸੌਖੇ ਹੁੰਦੇ ਹਨ, ਉਹਨਾਂ 'ਤੇ ਅਮਲ ਕਰਨਾ ਹੀ ਔਖਾ ਹੁੰਦਾ ਹੈ। ਹਰ ਕਿਸੇ ਨੂੰ ਸੰਸਾਰ ਵਿੱਚ ਅਨੇਕਾਂ ਫੈਸਲੇ ਕਰਨ ਦਾ ਅਵਸਰ ਮਿਲਦਾ ਹੈ, ਪਰ ਅਮਲ ਕਰਨ ਸਮੇਂ ਅਨੇਕਾਂ ਫੈਸਲੇ ਅਤੇ ਅਵਸਰ ਸਾਡੇ ਤੋਂ ਗਵਾਚ ਜਾਂਦੇ ਹਨ। ਜਦੋਂ ਅਸੀਂ ਕਿਸੇ ਅਜਿਹੀ ਚੀਜ਼ ਦੀ ਇੱਛਾ ਕਰਦੇ ਹਾਂ ਜਿਸ ਦੀ ਸਾਨੂੰ ਸਮਝ ਨਹੀਂ ਹੁੰਦੀ, ਜਿਸ ਦੇ ਅਸੀਂ ਯੋਗ ਨਹੀਂ ਹੁੰਦੇ, ਉਹ ਚੀਜ਼ ਪ੍ਰਾਪਤ ਹੋ ਕੇ ਵੀ ਸਾਡੇ ਤੋਂ ਖੁੱਸ ਜਾਂਦੀ ਹੈ। ਉਸਾਰੂ ਦ੍ਰਿਸ਼ਟੀਕੋਣ ਜਾਂ ਉਚੇਰੇ ਸਵਾਰਥ ਤੋਂ ਬਿਨਾਂ ਸਾਡੀ ਮਿਹਨਤ ਵੀ ਕਿਸੇ ਲੇਖੇ ਨਹੀਂ ਲੱਗਦੀ। ਸਵਾਰਥ ਦੀ ਉਚੇਰੀ ਅਤੇ ਪਵਿੱਤਰ ਅਵਸਥਾ ਨੂੰ ਹੀ ਆਦਰਸ਼ ਕਹਿੰਦੇ ਹਨ। ਆਪਣੇ ਚੰਗੇ ਸਵਾਰਥ ਨਾਲ ਜਦੋਂ ਅਸੀਂ ਸੱਚੀ ਮਿਹਨਤ ਜੋੜ ਦਿੰਦੇ ਹਾਂ ਤਾਂ ਉਹ ਆਦਰਸ਼ ਬਣ ਜਾਂਦਾ ਹੈ। ਇਹ ਆਦਰਸ਼ ਸਾਡੀ ਸਰੀਰਕ ਸ਼ਕਤੀ ਨੂੰ ਇਕਲਾਖੀ ਤਾਕਤ ਵਿੱਚ ਬਦਲ ਦਿੰਦਾ ਹੈ। ਇਕਲਾਖੀ ਆਧਾਰ ਤੋਂ ਬਿਨਾਂ ਮਨ ਵਿੱਚੋਂ ਵਿਕਾਰ ਹੀ ਉਪਜਦੇ ਹਨ ਅਤੇ ਸਰੀਰਕ ਸ਼ਕਤੀ ਵਿੱਚੋਂ ਵਿਭਚਾਰ ਹੀ ਉਪਜਦਾ ਹੈ। ਨਿਰੋਲ ਸਰੀਰ ਦੇ ਜੰਗਲ ਵਿੱਚੋਂ ਰੂਹਾਂ ਨਹੀਂ ਲੱਭਦੀਆਂ, ਰੱਦੀ ਵਿੱਚੋਂ ਮੁੱਲਵਾਨ ਪੁਸਤਕਾਂ ਨਹੀਂ ਮਿਲਦੀਆਂ, ਲਾਟਰੀ ਪਾ ਕੇ ਜਾਂ ਜੂਆ ਖੇਡ ਕੇ ਕੋਈ ਅਮੀਰ ਨਹੀਂ ਹੋਇਆ, ਨਸ਼ੇ ਦੇ ਲੋਰ ਵਾਲਾ ਸਵਰਗ ਸਦੀਵੀ ਨਹੀਂ ਹੁੰਦਾ, ਨਕਲ ਮਾਰ ਕੇ ਪਾਸ ਕੀਤੀ ਪ੍ਰੀਖਿਆ ਸਾਨੂੰ ਗਿਆਨਵਾਨ ਨਹੀਂ ਬਣਾਉਂਦੀ, ਹਿੰਮਤ ਕੀਤੇ ਬਿਨਾਂ ਹਿੰਮਤ ਨਹੀਂ ਜਾਗਦੀ ਅਤੇ ਯਤਨ ਕੀਤੇ ਬਿਨਾਂ ਸਫਲਤਾ ਨਹੀਂ ਮਿਲਦੀ। ਜਿੱਥੇ ਸਾਨੂੰ ਵੱਡਾ ਹੌਸਲਾ, ਉੱਚਾ ਇਰਾਦਾ ਅਤੇ ਅਮਿਣਵੀਂ ਹਿੰਮਤ ਦੀ ਲੋੜ ਹੁੰਦੀ ਹੈ, ਉੱਥੇ ਅਮੁੱਕ ਧੀਰਜ ਵੀ ਜ਼ਰੂਰੀ ਹੈ। ਕੰਮ ਬੜੇ ਜੋਸ਼ ਨਾਲ ਆਰੰਭੇ ਜਾਂਦੇ ਹਨ, ਪਰ ਬਹੁਤੇ ਕੰਮ ਆਰੰਭੇ ਤੋਂ ਅੱਗੇ ਚੱਲਦੇ ਨਹੀਂ। ਸਮੁੰਦਰੀ ਜਹਾਜ਼ ਦੇ ਸਾਰੇ ਵੱਖਰੇ ਵੱਖਰੇ ਭਾਗ ਇਕੱਲਿਆਂ ਡੁੱਬ ਜਾਂਦੇ ਹਨ। ਇੰਜਣ ਇਕੱਲਾ ਡੁੱਬ ਜਾਵੇਗਾ, ਅਗਲਾ ਹਿੱਸਾ ਪਿਛਲੇ ਹਿੱਸੇ ਨਾਲੋਂ ਨਿਖੇੜ ਦੇਵੋ, ਦੋਵੇਂ ਡੁੱਬ ਜਾਣਗੇ। ਪਰ ਜਦੋਂ ਉਹਨਾਂ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤਾਂ ਉਹ ਤੈਰਨ ਲੱਗ ਪੈਂਦੇ ਹਨ। ਇਵੇਂ ਹੀ ਜਦੋਂ ਤੱਕ ਮਨ, ਬੁੱਧੀ ਅਤੇ ਸਰੀਰ ਇੱਕ ਦੂਜੇ ਨਾਲ ਨਹੀਂ ਵੱਜਦੇ, ਅਸੀਂ ਸੰਸਿਆਂ ਅਤੇ ਸਮੱਸਿਆਵਾਂ ਵਿੱਚ ਘਿਰੇ ਰਹਿੰਦੇ ਹਾਂ। ਜਿੱਤਣ ਦੇ ਇਰਾਦੇ ਤੋਂ ਬਿਨਾਂ ਅਤੇ ਜਿੱਤਣ ਦੀ ਹਿੰਮਤ ਤੋਂ ਬਿਨਾਂ ਕੋਈ ਮੁਹਿੰਮ ਛੇੜਨੀ ਬੜਾ ਮਹਿੰਗਾ ਅਤੇ ਖਤਰਨਾਕ ਕਾਰਜ ਹੁੰਦਾ ਹੈ। ਇਵੇਂ ਹੀ ਕਿਸੇ ਕੰਮ ਨੂੰ ਸਿਰੇ ਚੜ੍ਹਾਏ ਬਿਨਾਂ ਤਿਆਗ ਦੇਣਾ ਬੜੀ ਖਰਚੀਲੀ ਆਦਤ ਹੈ। ਮਨੁੱਖ ਨੂੰ ਸਭ ਤੋਂ ਵੱਧ ਥਕਾਵਟ ਅਧੂਰੇ ਪਏ ਕਾਰਜਾਂ ਤੋਂ ਹੁੰਦੀ ਹੈ। ਅਧੂਰਾ ਕਾਰਜ ਸੰਪੂਰਨ ਨਾ ਹੋਣ ਤੱਕ ਕੋਈ ਨਵਾਂ ਕਾਰਜ ਆਰੰਭਣ ਦੀ ਹਿੰਮਤ ਨਹੀਂ ਜਾਗਦੀ। ਆਲੇ ਦੁਆਲੇ ਵਿੱਚ ਬਹੁਤੀ ਨਿਰਾਸ਼ਾ ਅਤੇ ਉਦਾਸੀ ਕੰਮ ਦੇ ਅਧੂਰੇ ਪਏ ਹੋਣ ਕਾਰਨ ਹੁੰਦੀ ਹੈ। ਅੰਤ ਵਿੱਚ ਅਸੀਂ ਆਪਣੇ ਹੀ ਪੈਰਾਂ 'ਤੇ ਖਲੋਣਾ ਹੁੰਦਾ ਹੈ। ਆਪਣੇ ਪੈਰਾਂ 'ਤੇ ਖਲੋਤਾ ਹੋਇਆ ਇੱਕ ਮੰਗਤਾ ਵੀ ਆਪਣੇ ਗੋਡਿਆਂ 'ਤੇ ਝੁਕੇ ਹੋਏ ਇੱਕ ਬਾਦਸ਼ਾਹ ਨਾਲੋਂ ਵੀ ਉੱਚਾ ਨਜ਼ਰ ਆਉਂਦਾ ਹੈ। ਕੰਮ ਨੂੰ ਚੰਗੀ ਤਰ੍ਹਾਂ ਕਰਨ ਅਤੇ ਮੁਕਾਉਣ ਵਿੱਚੋਂ ਮਿਲਣ ਵਾਲੀ ਤਸੱਲੀ ਹੀ ਉਸ ਕੰਮ ਦਾ ਇਨਾਮ ਹੁੰਦੀ ਹੈ। ਅਨੇਕਾਂ ਲੋਕ ਅਵਸਰ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ, ਪਰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਵੀ ਤਾਂ ਇੱਕ ਅਵਸਰ ਹੈ। ਇਸ ਮਿਲੇ ਹੋਏ ਅਵਸਰ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ, ਤੁਹਾਡੀ ਵਰਤਮਾਨ ਸਥਿਤੀ ਵੀ ਇੱਕ ਅਵਸਰ ਹੈ। ਤੁਹਾਨੂੰ ਅਵਸਰ ਕਿਸੇ ਨੇ ਨਹੀਂ ਦੇਣਾ, ਭਾਵੇਂ 100 ਇਨਕਲਾਬ ਵਾਪਰ ਜਾਣ। ਵਿਸ਼ੇਸ਼ ਅਵਸਰਾਂ ਦਾ ਕੋਈ ਵਜੂਦ ਹੈ ਹੀ ਨਹੀਂ। ਮਿਲੀਆਂ ਹੋਈਆਂ ਸਧਾਰਨ ਸਥਿਤੀਆਂ ਨੂੰ ਹੀ ਵਿਸ਼ੇਸ਼ ਅਵਸਰ ਸਮਝਣਾ ਪਵੇਗਾ। ਕੀ ਤੁਹਾਨੂੰ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਿਆ? ਕੀ ਤੁਹਾਨੂੰ ਚੰਗੇ ਮਨੁੱਖ ਬਣਨ ਦਾ ਅਵਸਰ ਨਹੀਂ ਮਿਲਿਆ? ਕੀ ਤੁਹਾਨੂੰ ਆਪਣਾ ਕੰਮ ਚੰਗੇ ਢੰਗ ਨਾਲ ਕਰਨ ਤੋਂ ਕਿਸੇ ਨੇ ਰੋਕਿਆ ਹੈ? ਕੀ ਤੁਹਾਡੇ ਚੰਗੇ ਅਤੇ ਮਿਹਨਤੀ ਇਨਸਾਨ ਬਣਨ ਵਿੱਚ ਸਮਾਜ ਨੇ ਰੁਕਾਵਟਾਂ ਪਾਈਆਂ ਹਨ? ਕੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਵਖਤੇ ਜਾਗਣ ਤੋਂ ਵਰਜਿਆ ਹੈ? ਕੀ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਚੰਗੀਆਂ ਕਿਤਾਬਾਂ ਪੜ੍ਹਨ ਤੋਂ ਮਨ੍ਹਾ ਕੀਤਾ ਹੈ? ਉੱਚੇ ਹੋਏ ਬਿਨਾਂ ਲੰਮੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ। ਬਹੁਤੇ ਲੋਕ ਲੰਮੇ ਹੋਣ ਦਾ ਯਤਨ ਕਰਦੇ ਹਨ, ਲੋੜ ਉੱਚਾ ਹੋਣ ਦੀ ਹੁੰਦੀ ਹੈ। ਸਾਰੇ ਵਿਅਕਤੀ ਲਗਭਗ ਇੱਕੋ ਜਿਹੇ ਹੁੰਦੇ ਹਨ। ਅੰਤਰ ਹਿੰਮਤ ਦਾ ਹੁੰਦਾ ਹੈ। ਜਾਨਵਰਾਂ ਵਿੱਚ, ਪੰਛੀਆਂ ਵਿੱਚ ਵੀ ਅੰਤਰ ਹਿੰਮਤ ਦਾ ਹੁੰਦਾ ਹੈ। ਹਿੰਮਤ ਵੀ ਹੁਣੇ ਵਿਅਕਤੀ ਕਿਸਮਤ ਦੀਆਂ ਗੱਲਾਂ ਕਰਦੇ ਹਨ। ਕਿਸੇ ਵੀ ਮਹਾਨ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸਮਤ ਨੇ ਕੋਈ ਰੋਲ ਨਹੀਂ ਨਿਭਾਇਆ। ਨਿਰਸੰਦੇਹ ਅਸਫਲ ਹੋਣਾ ਬੜਾ ਦੁਖਦਾਈ ਹੁੰਦਾ ਹੈ, ਪਰ ਸਫਲ ਹੋਣ ਲਈ ਯਤਨ ਹੀ ਨਾ ਕਰਨਾ ਅਸਫਲ ਹੋਣ ਨਾਲੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ। ਸਫਲ ਵਿਅਕਤੀਆਂ ਕੋਲ ਹਿੰਮਤ, ਉਦੇਸ਼ ਅਤੇ ਆਦਰਸ਼ ਹੁੰਦੇ ਹਨ, ਜਦੋਂ ਕਿ ਹਾਰੇ ਹੋਇਆਂ ਵਿਅਕਤੀਆਂ ਕੋਲ ਬਹਾਨੇ, ਸ਼ਿਕਾਇਤਾਂ ਅਤੇ ਸਾੜੇ ਹੁੰਦੇ ਹਨ। ਕੰਡਿਆਂ ਤੋਂ ਬਿਨਾਂ ਗੁਲਾਬ ਕੇਵਲ ਕਲਪਨਾ ਵਿੱਚ ਹੀ ਸੰਭਵ ਹੁੰਦੇ ਹਨ। ਜੀਵਨ ਚਾਨਣੇ ਅਤੇ ਹਨੇਰੇ ਪੱਖਾਂ ਦਾ ਸੁਮੇਲ ਹੈ। ਪ੍ਰੇਮੀ ਕੇਵਲ ਪ੍ਰਾਪਤੀ ਦੇ ਪੱਖ ਤੋਂ ਸੋਚਦੇ ਹਨ, ਜਦੋਂ ਕਿ ਪ੍ਰੇਮ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਯਾਤਰਾ ਹੈ। ਉਹ ਪਿਆਰ ਦਾ ਕੇਵਲ ਚਾਨਣਾ ਜਾਂ ਮਾਣਨ ਵਾਲਾ ਪੱਖ ਹੀ ਵੇਖਦੇ ਹਨ, ਜਦ ਕਿ ਪਿਆਰ ਦੀਆਂ ਦੁਸ਼ਵਾਰੀਆਂ, ਪੀੜਾਂ, ਬੇਵਸੀਆਂ ਅਤੇ ਹਕੀਕਤਾਂ ਨਹੀਂ ਵੇਖਦੇ। ਜਿਹੜੇ ਇਹਨਾਂ ਬੇਵਸੀਆਂ, ਹਾਰਾਂ ਅਤੇ ਅਸਫਲਤਾਵਾਂ ਨੂੰ ਜਰ ਲੈਂਦੇ ਹਨ, ਉਹੀ ਕਲਾ ਸਿਰਜਦੇ ਅਤੇ ਕਵਿਤਾ ਰਚਦੇ ਹਨ। ਕਹਿੰਦੇ ਹਨ, ਸਫਲ ਪ੍ਰੇਮ ਵਿੱਚੋਂ ਕਵਿਤਾ ਨਹੀਂ ਉਪਜਦੀ। ਕਈ ਆਪਣਾ ਸਮਾਂ ਅਰਦਾਸਾਂ ਕਰਨ ਵਿੱਚ ਲਾ ਦਿੰਦੇ ਹਨ। ਉਹ ਨਹੀਂ ਜਾਣਦੇ ਕਿ ਪਰਿਵਰਤਨ ਕਰਮ ਨਾਲ ਵਾਪਰਦਾ ਹੈ। ਕੁਝ ਕਰਨ ਦੀ ਜਾਚ ਉਸ ਨੂੰ ਕਰਨ ਨਾਲ ਹੀ ਆਉਂਦੀ ਹੈ।
ਮੰਜ਼ਿਲ ਤੇ ਉਹੀ ਪਹੁੰਚਦੇ ਹਨ ਜਿਹੜੇ ਸਵਖਤੇ ਰਵਾਨਾ ਹੁੰਦੇ ਹਨ, ਜਿਨ੍ਹਾਂ ਦੇ ਪੈਰਾਂ ਨਾਲ ਰਸਤੇ ਵਿਆਹੇ ਹੁੰਦੇ ਹਨ। ਖਿੰਡੀਆਂ ਹੋਈਆਂ ਬਿਰਤੀਆਂ ਜਾਂ ਬੇਕਾਬੂ ਹੋਈਆਂ ਭਾਵਨਾਵਾਂ ਸਾਨੂੰ ਆਪਣੇ ਨਿਸ਼ਾਨੇ ਤੋਂ ਦੂਰ ਲੈ ਜਾਂਦੀਆਂ ਹਨ। ਜਦੋਂ ਤੁਹਾਡੀ ਟੇਕ ਕਿਸੇ ਨਿਸ਼ਾਨੇ ਤੇ ਲੱਗੀ ਹੋਵੇਗੀ, ਉਦੋਂ ਤੁਹਾਡੀ ਆਪਣੀ ਹਿੰਮਤ ਦੇ ਨਾਲ ਦੂਜਿਆਂ ਦੀਆਂ ਹਿੰਮਤਾਂ ਵੀ ਜੁੜ ਜਾਣਗੀਆਂ। ਕਾਫਲੇ ਇਵੇਂ ਹੀ ਬਣਦੇ ਹਨ, ਇਨਕਲਾਬ ਇਵੇਂ ਹੀ ਵਾਪਰਦੇ ਹਨ। ਤੁਹਾਡੇ ਵੱਲੋਂ ਦੂਜਿਆਂ ਵਿੱਚ ਦਿਲਚਸਪੀ ਲੈਣੀ ਨਾ ਕੇਵਲ ਦੂਜਿਆਂ ਨੂੰ ਚੰਗੀ ਲੱਗੇਗੀ, ਸਗੋਂ ਤੁਹਾਨੂੰ ਵੀ ਉਹਨਾਂ ਨੂੰ ਸਮਝਣ ਵਿੱਚ ਸੌਖ ਹੋਵੇਗੀ। ਇਸ ਸਮਝ ਵਿੱਚੋਂ ਆਪਣਾ ਜਿਹੜਾ ਵਿਹਾਰ ਤੁਸੀਂ ਸਿਰਜੋਗੇ, ਉਹ ਘੱਟ ਖਰਚੀਲਾ ਅਤੇ ਵਧੇਰੇ ਉਪਯੋਗੀ ਹੋਵੇਗਾ। ਇਵੇਂ ਤੁਹਾਡੇ ਉਦੇਸ਼ ਸਪਸ਼ਟ ਹੋ ਜਾਣਗੇ। ਜੇ ਆਦਰਸ਼ ਸਪਸ਼ਟ ਹੋ ਜਾਣਗੇ ਤਾਂ ਨੀਵੀਆਂ ਬਿਰਤੀਆਂ ਅਤੇ ਸੰਸ਼ੇ ਆਪਣੇ ਆਪ ਲੋਪ ਹੋ ਜਾਣਗੇ। ਉਦਾਸੀ ਅਤੇ ਮਾਯੂਸੀ ਜਿਹੇ ਰੋਗਾਂ ਦਾ ਇਲਾਜ ਇਹ ਹੈ ਕਿ ਕਿਸੇ ਨਿਰਸਵਾਰਥ ਕਾਰਜ ਵਿੱਚ ਰੁੱਝ ਜਾਵੋ। ਆਪਣੇ ਤੋਂ ਨੀਵਿਆਂ ਨੂੰ ਉਤਸ਼ਾਹ ਦੇਵੋ, ਉਹਨਾਂ ਵਿੱਚ ਹਿੰਮਤ ਉਪਜਾਵੋ। ਤੁਹਾਡੀ ਆਪਣੀ ਹਿੰਮਤ ਵੀ ਜਾਗ ਪਵੇਗੀ। ਜੇ ਇਕੱਲੇ ਹੋ ਤਾਂ ਆਪਣੇ ਅੰਦਰਲੇ ਸਰੋਤਾਂ ਨਾਲ ਦੋਸਤੀ ਪਾਵੋ। ਕੁਦਰਤ ਤੇ ਟੇਕ ਰੱਖੋ। ਜੇ ਤੁਹਾਡਾ ਕੋਈ ਸਾਥੀ ਨਹੀਂ ਤਾਂ ਰੱਬ ਤਾਂ ਹੈ ਹੀ। ਇਹ ਸੋਚ ਕੇ ਕਾਰਜ ਕਰੋ ਕਿ ਤੁਸੀਂ ਰੱਬ ਲਈ ਕਰ ਰਹੇ ਹੋ। ਆਪਣੇ ਆਪ ਨੂੰ ਇੱਕ ਵਿਅਕਤੀ ਨਹੀਂ, ਇੱਕ ਫੌਜ ਸਮਝੋ। ਜਦੋਂ ਮਨੁੱਖ ਕੋਲ ਮਾਣ ਕਰਨ ਲਈ ਕੁਝ ਨਹੀਂ ਹੁੰਦਾ, ਤਾਂ ਵੀ ਉਸ ਕੋਲ ਆਪਣਾ ਆਸਰਾ ਤਾਂ ਹੁੰਦਾ ਹੀ ਹੈ। ਜਦੋਂ ਬਾਹਰੋਂ ਕੋਈ ਸਹਾਰਾ ਨਾ ਰਹੇ, ਧਰੂ ਵਾਂਗ ਮਾਂ ਤੋਂ ਵਿਛੋੜ ਦਿੱਤਾ ਜਾਵੇ, ਪਿਤਾ ਪਿਆਰ ਤੋਂ ਤੋੜ ਦਿੱਤਾ ਜਾਵੇ, ਤਾਂ ਮਨੁੱਖ ਧਰੂ ਵਾਂਗ ਰੱਬ ਨੂੰ ਅੰਦਰੋਂ ਲੱਭਦਾ ਹੈ। ਜਦੋਂ ਧਰੂ ਨੇ ਅੰਦਰਲੇ ਦੀ ਬੋਲੀ ਬੋਲੀ, ਅੰਦਰਲਾ ਬੋਲ ਪਿਆ। ਜਦੋਂ ਉਹ ਅੰਦਰ ਵੱਲ ਪਰਤਿਆ ਤਾਂ ਉਸ ਵਿੱਚ ਅੰਦਰ ਦੀ ਸਿਆਣਪ ਅਤੇ ਹਿੰਮਤ ਵੀ ਜਾਗ ਪਈ। ਜਦੋਂ ਕੋਈ ਗੱਲ ਸਮਝ ਆ ਜਾਵੇ ਤਾਂ ਰਾਹ ਖੁੱਲ੍ਹ ਜਾਂਦਾ ਹੈ। ਜਿਹੜਾ ਗਿਆਨ ਸਾਨੂੰ ਖੋਲ੍ਹਦਾ ਨਹੀਂ, ਉਸ ਵਿੱਚ ਜ਼ਰੂਰ ਕੋਈ ਘਾਟ ਹੈ। ਗਿਆਨ ਸਾਨੂੰ ਹਿੰਮਤ ਦਿੰਦਾ ਹੈ, ਸਾਡਾ ਰਾਹ ਖੋਲ੍ਹਦਾ ਹੈ। ਭਾਵੇਂ ਰੱਬ ਇੱਕ ਭੁਲੇਖਾ ਹੀ ਹੈ, ਪਰ ਇਹ ਇੱਕ ਬੜਾ ਉਸਾਰੂ ਭੁਲੇਖਾ ਹੈ, ਕਿਉਂਕਿ ਇਸ ਭੁਲੇਖੇ ਵਿੱਚ ਉਹ ਸਭ ਕੁਝ ਹੈ ਜਿਸ ਦੀ ਸਾਨੂੰ ਲੋੜ ਹੁੰਦੀ ਹੈ। ਜ਼ਿੰਦਗੀ ਤੁਹਾਨੂੰ ਉਹੀ ਕੁਝ ਦੇਵੇਗੀ ਜੋ ਲੈਣ ਦੇ ਆਪਣੇ ਆਪ ਨੂੰ ਤੁਸੀਂ ਯੋਗ ਸਮਝੋਗੇ। ਅਨੰਤ ਸਮੇਂ ਦੇ ਸਾਹਮਣੇ ਅਸੀਂ ਸਾਰੇ ਇਕੱਲੇ ਹਾਂ। ਜਿਉਣ ਦੀ ਸਾਡੀ ਸਭ ਦੀ ਦਸ਼ਾ ਅਤੇ ਦਿਸ਼ਾ ਵੱਖਰੀ ਹੈ, ਪਹੁੰਚ ਅਤੇ ਰਫ਼ਤਾਰ ਵੱਖਰੀ ਹੈ, ਪਰ ਉਹੀ ਤੈਰਦੇ ਹਨ ਜਿਹੜੇ ਡੁੱਬਣ ਤੋਂ ਡਰਦੇ ਨਹੀਂ, ਉਹੀ ਪਹੁੰਚਦੇ ਹਨ ਜਿਹੜੇ ਚੱਲਦੇ ਹਨ। ਸ਼ਿਕਾਇਤਾਂ ਜਾਂ ਗਿਲੇ ਸ਼ਿਕਵੇ ਕੁਝ ਵੀ ਚੰਗਾ, ਸੋਹਣਾ ਅਤੇ ਉਸਾਰੂ ਕਰਨ ਦੀ ਹਿੰਮਤ ਨਹੀਂ ਰਹਿਣ ਦਿੰਦੇ। ਮਨੁੱਖ ਦਾ ਦੁਖਾਂਤ ਇਹ ਹੈ ਕਿ ਸਾਰੀਆਂ ਰਿਸ਼ਤੇਦਾਰੀਆਂ, ਦੋਸਤੀਆਂ ਆਦਿ ਦੇ ਬਾਵਜੂਦ ਉਹ ਧੁਰ ਅੰਦਰੋਂ ਇਕੱਲਾ ਮਹਿਸੂਸ ਕਰਦਾ ਹੈ। ਇਹ ਵੀ ਸੱਚ ਹੈ ਕਿ ਸੰਸਾਰ ਵਿੱਚ ਕੋਈ ਵੀ ਚੀਜ਼ ਇੱਕ ਵਾਰੀ ਨਹੀਂ ਵਾਪਰਦੀ। ਇਹ ਨੇਮ ਚੰਗੀਆਂ ਅਤੇ ਮਾੜੀਆਂ ਦੋਵਾਂ ਚੀਜ਼ਾਂ 'ਤੇ ਲਾਗੂ ਹੁੰਦਾ ਹੈ। ਹਿੰਮਤ ਵਾਲੇ ਰੱਬ ਦਾ ਅਧੂਰਾ ਕਾਰਜ ਪੂਰਾ ਕਰਦੇ ਹਨ। ਇਹ ਸੱਚ ਸਦੀਆਂ ਪੁਰਾਣਾ ਹੈ, ਇਹ ਸੱਚ ਸਦੀਆਂ ਨਵਾਂ ਰਹੇਗਾ। ਜਿਨ੍ਹਾਂ ਨੇ ਸਦੀਆਂ ਤੱਕ ਜਿਉਂਦੇ ਰਹਿਣਾ ਹੁੰਦਾ ਹੈ ਅਤੇ ਸਦੀਆਂ ਤੱਕ ਜਿਉਣ ਵਾਲਾ ਇਸ ਸੰਸਾਰ ਨੂੰ ਕੁਝ ਦੇਣਾ ਹੁੰਦਾ ਹੈ, ਉਹਨਾਂ ਨਾਲ ਵਾਪਰਦੇ ਦੁੱਖ ਵੀ ਬੇਮਿਸਾਲ ਹੁੰਦੇ ਹਨ। ਉਸ ਸੰਸਾਰ ਨੂੰ ਜੋ ਕੁਝ ਦੇ ਜਾਂਦੇ ਹਨ, ਉਹ ਅਚੰਭਾ ਵੀ ਬੇਮਿਸਾਲ ਹੁੰਦਾ ਹੈ। ਦੂਜੇ ਪਾਸੇ ਨਿਗੂਣੇ ਅਹਿਸਾਸਾਂ ਨੂੰ, ਹਾਰੇ ਹੋਏ ਵਿਚਾਰਾਂ ਅਤੇ ਵਾਪਰੇ ਹੋਏ ਦੁਖਾਂਤਾਂ ਨੂੰ ਸਾਂਭਦੇ ਕਈ ਵਿਅਕਤੀ ਰੇਗਿਸਤਾਨ ਬਣ ਜਾਂਦੇ ਹਨ। ਪੈਰ ਸਾਰਿਆਂ ਕੋਲ ਹੁੰਦੇ ਹਨ, ਮੰਜ਼ਿਲ ਸਾਰਿਆਂ ਕੋਲ ਨਹੀਂ ਹੁੰਦੀ। ਬੁੱਧ ਕੋਲ ਵੀ ਪੈਰ ਸਨ, ਮੰਜ਼ਿਲ ਵੀ ਸੀ। ਨਾਨਕ ਕੋਲ ਮੰਜ਼ਿਲ ਵੀ ਸੀ, ਪੈਰ ਵੀ ਸਨ। ਉਹ ਭੁਲੇਖਿਆਂ ਤੋਂ ਮੁਕਤ ਸਨ। ਮਨੁੱਖ ਨੂੰ ਵਾਸਤਵਿਕ ਦੀ ਥਾਂ ਭਰਮਾਂ ਜਾਂ ਭਰਾਂਤੀਆਂ, ਤਸਵੀਰਾਂ ਜਾਂ ਫਿਲਮਾਂ ਆਦਿ ਦੇਖਣ ਵਿੱਚੋਂ ਵਧੇਰੇ ਆਨੰਦ ਮਿਲਦਾ ਹੈ। ਭਰਾਂਤੀਆਂ ਨਾਲ ਹਿੰਮਤਾਂ ਸੌਂ ਜਾਂਦੀਆਂ ਹਨ ਅਤੇ ਮਨੁੱਖ ਬੁਝੇ ਹੋਏ ਦੀਵੇ ਜਾਂ ਉਤਾਰ ਕੇ ਰੱਖੇ ਗਏ ਕੱਪੜਿਆਂ ਵਾਂਗ ਪ੍ਰਤੀਤ ਹੋਣ ਲੱਗ ਪੈਂਦੇ ਹਨ। ਬਹੁਤੇ ਲੋਕ ਲਾਇਕ ਨਹੀਂ ਹੁੰਦੇ, ਹਿੰਮਤੀ ਅਤੇ ਮਿਹਨਤੀ ਹੁੰਦੇ ਹਨ। ਇਕੱਠੀ ਹੋਈ ਮਿਹਨਤ ਹੀ ਲਿਆਕਤ ਬਣ ਜਾਂਦੀ ਹੈ। ਸਾਰਾ ਕੁਝ ਜਾਣਨਾ ਹੀ ਸਿਆਣਪ ਨਹੀਂ ਹੁੰਦਾ। ਭੈੜੀਆਂ ਗੱਲਾਂ ਦੀ ਅਗਿਆਨਤਾ ਵੀ ਗਿਆਨ ਦੀ ਇੱਕ ਕਿਸਮ ਹੁੰਦੀ ਹੈ। ਜਿਨ੍ਹਾਂ ਪ੍ਰਤੀ ਅਸੀਂ ਜ਼ਿੰਮੇਵਾਰ ਹੁੰਦੇ ਹਾਂ, ਉਹਨਾਂ ਦੀ ਸ਼ਾਬਾਸ਼ ਹੀ ਸਾਡੇ ਲਈ ਅਰਥ ਰੱਖਦੀ ਹੈ। ਦੂਜਿਆਂ ਦੀਆਂ ਤਾੜੀਆਂ ਵਿੱਚ ਖੜਾਕ ਹੁੰਦਾ ਹੈ, ਖੁਸ਼ੀ ਦਾ ਪ੍ਰਗਟਾਵਾ ਨਹੀਂ ਹੁੰਦਾ। ਇੱਕ ਵਾਰੀ ਵਪਾਰੀਆਂ ਦੇ ਇੱਕ ਪਰਿਵਾਰ ਵਿੱਚੋਂ ਇੱਕ ਵਿਅਕਤੀ ਰਾਜਸਥਾਨ ਵਿੱਚ ਪਾਣੀ ਦੀ ਥੁੜ ਵਾਲੇ ਇਲਾਕੇ ਵਿੱਚ ਅਧਿਆਪਕ ਜਾ ਲੱਗਿਆ। ਉੱਥੇ ਪਾਣੀ ਦੀ ਘਾਟ ਸੀ, ਪਰ ਬੱਚਿਆਂ ਵਿੱਚ ਕੁਝ ਸਿੱਖਣ ਦੀ ਤੀਬਰਤਾ ਅਤੇ ਕੁਝ ਜਾਣਨ ਦੀ ਬਹਿਬਲਤਾ ਦਾ ਸਮੁੰਦਰ ਠਾਠਾਂ ਮਾਰਦਾ ਸੀ। ਇੱਕ ਦਿਨ ਉਸ ਅਧਿਆਪਕ ਨੇ ਪਾਣੀ ਦੀ ਥੁੜ ਤੋਂ ਤੰਗ ਆ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਅਗਲੀ ਸਵੇਰ ਨੂੰ ਵਾਪਸੀ ਦੇ ਸਫ਼ਰ ਲਈ ਉਸਨੇ ਗੱਡੀ ਚੜ੍ਹਨਾ ਸੀ। ਬੱਚਿਆਂ ਦੀਆਂ ਮਾਵਾਂ ਨੂੰ ਚਿੰਤਾ ਹੋ ਗਈ ਕਿ ਉਹਨਾਂ ਦੇ ਬੱਚਿਆਂ ਦਾ ਰਹਿਬਰ ਕਿਉਂ ਜਾ ਰਿਹਾ ਸੀ। ਸਕੂਲ ਦੇ ਸਾਰੇ ਲਗਭਗ 200 ਬੱਚੇ, ਜਿਸ ਨੂੰ ਜੋ ਜੁੜਿਆ, ਕੌਲੀ, ਗਲਾਸ, ਗੜਬੀ, ਡੱਬਾ, ਕਰਮੰਡਲ, ਆਪਣੇ ਘਰੋਂ ਜਿੰਨਾ ਪਾਣੀ ਸੀ ਸਾਰਾ ਲੈ ਕੇ ਸਟੇਸ਼ਨ ਤੇ ਪਹੁੰਚ ਗਏ।
ਮਾਵਾਂ ਬੱਚਿਆਂ ਦੇ ਪਿੱਛੇ ਖਲੋਤੀਆਂ ਸਨ। ਜਦੋਂ ਉਸ ਅਧਿਆਪਕ ਨੇ ਇਹ ਨਜ਼ਾਰਾ ਵੇਖਿਆ ਤਾਂ ਉਸ ਦੀਆਂ ਅੱਖਾਂ ਛਲਕ ਪਈਆਂ। ਗੱਡੀ ਨੇ ਚੱਲਣਾ ਸੀ, ਚੱਲੀ ਅਤੇ ਚਲੀ ਗਈ। ਉਹ ਅਧਿਆਪਕ ਨਹੀਂ ਗਿਆ। ਉਸ ਨੂੰ ਆਪਣੇ ਜੀਵਨ ਦਾ ਆਦਰਸ਼ ਮਿਲ ਗਿਆ ਅਤੇ ਉਸਨੇ ਆਪਣਾ ਸਾਰਾ ਜੀਵਨ ਰਾਜਸਥਾਨ ਵਿੱਚ ਵਿੱਦਿਆ ਦੇ ਵਿਸਤਾਰ ਵਿੱਚ ਲਾਇਆ ਹੈ। ਕਈ ਘਟਨਾਵਾਂ ਤੇ ਕਈ ਹਾਦਸੇ ਸਾਡੇ ਮਨਾਂ ਤੇ ਸਦੀਵੀ ਪ੍ਰਭਾਵ ਛੱਡ ਜਾਂਦੇ ਹਨ। ਹਰ ਸੁਨਹਿਰੀ ਯੁੱਗ ਤੋਂ ਪਹਿਲਾਂ ਅਨੇਕਾਂ ਹਾਦਸੇ ਵਾਪਰਦੇ ਹਨ ਅਤੇ ਹਰ ਵਿਅਕਤੀ ਅਤੇ ਸਮਾਜ ਨੂੰ ਸਖਤ ਮਿਹਨਤ ਵਿੱਚੋਂ ਲੰਘਣਾ ਪੈਂਦਾ ਹੈ। ਜਿਹੜੇ ਵਿਅਕਤੀ ਪਰਿਵਾਰ ਅਤੇ ਸਮਾਜ ਮਿਹਨਤ ਵਿੱਚੋਂ ਨਹੀਂ ਲੰਘਦੇ, ਉਹਨਾਂ ਦੀ ਪਛਾਣ ਨਹੀਂ ਉਪਜਦੀ, ਉਹ ਪ੍ਰਭਾਵਿਤ ਨਹੀਂ ਕਰਦੇ। ਜਿਹੜੇ ਵਿਅਕਤੀ ਜਾਂ ਸਮਾਜ ਸਾਨੂੰ ਚੰਗੇ ਲੱਗਦੇ ਹਨ, ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਦੇ, ਸਗੋਂ ਉਹਨਾਂ ਤੋਂ ਪ੍ਰਭਾਵਿਤ ਹੋਣ ਦਾ ਉਪਰਾਲਾ ਕਰਦੇ ਹਾਂ। ਚੰਗੇ ਬੰਦੇ ਆਪਣੇ ਆਪ ਨੂੰ ਮਹਾਨ ਸਮਝਣ ਦੇ ਧੋਖੇ ਤੋਂ ਬਚੇ ਰਹਿੰਦੇ ਹਨ। ਆਪਣੀ ਪ੍ਰਸ਼ੰਸਾ ਵਿੱਚ ਸਿਰ ਨਾ ਹਿਲਾਓ, ਮੁਸ਼ਕਲ ਬੜਾ ਹੈ। ਇਸ ਭਰਮ ਜਾਲ ਵਿੱਚੋਂ ਨਿਕਲਣਾ ਵੀ ਬੜਾ ਮੁਸ਼ਕਲ ਹੈ। ਜਿਹੜੇ ਆਪਣੀ ਪ੍ਰਸ਼ੰਸਾ ਸੁਣਨ ਬਹਿ ਜਾਂਦੇ ਹਨ ਜਾਂ ਆਪਣਾ ਗੁਣ ਗਾਇਨ ਆਪ ਹੀ ਕਰਨ ਲੱਗ ਪੈਂਦੇ ਹਨ, ਇਤਿਹਾਸ ਉਹਨਾਂ ਨੂੰ ਸ਼ਰਨਾਰਥੀ ਬਣਾ ਕੇ ਰੱਖ ਦਿੰਦਾ ਹੈ। ਜਿਹੜੇ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਜਾਣਨਾ ਚਾਹੀਦਾ ਹੈ ਕਿ ਸ਼ਰਨਾਰਥੀ ਕਿਵੇਂ ਸੋਚਦਾ ਹੈ, ਗਵਾਚਿਆ ਹੋਇਆ ਬੱਚਾ ਕਿਵੇਂ ਮਹਿਸੂਸ ਕਰਦਾ ਹੈ, ਹਾਰਿਆ ਹੋਇਆ ਵਿਅਕਤੀ ਕਿੰਨਾ ਉਦਾਸ ਹੈ, ਤਿਆਗੀ ਹੋਈ ਨੂੰਹ ਕਿਵੇਂ ਵਿਚਰਦੀ ਹੈ। ਜੇ ਤੁਹਾਡੇ ਵਿੱਚ ਸਹਾਰਾ ਦੇਣ ਅਤੇ ਧਰਵਾਸ ਬਣਨ ਦੀ ਹਿੰਮਤ ਹੈ ਤਾਂ ਅਵਸਰ ਲੱਭਣੇ ਨਹੀਂ ਪੈਣਗੇ। ਭੁੱਖ ਮਨੁੱਖ ਨੂੰ ਮਾਰ ਦਿੰਦੀ ਹੈ, ਪਰ ਜੇ ਕੋਈ ਭੁੱਖ ਤੋਂ ਬਚਣ ਲਈ ਮੰਗਤਾ ਬਣ ਜਾਂਦਾ ਹੈ ਤਾਂ ਉਹ ਤਬਾਹ ਹੋ ਜਾਂਦਾ ਹੈ। ਜਦੋਂ ਕਿਸੇ ਕਲਾਕਾਰ ਕੋਲ ਕੁਝ ਨਵਾਂ ਸਿੱਖਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਸ ਦੀ ਮੌਤ ਦਾ ਆਗਾਜ਼ ਹੁੰਦਾ ਹੈ। ਜੇ ਕਿਸਮਤ ਹੀ ਸਭ ਕੁਝ ਹੈ ਤਾਂ ਪ੍ਰੇਰਨਾ, ਯਤਨ ਅਤੇ ਮਿਹਨਤ ਦੇ ਕੋਈ ਅਰਥ ਨਹੀਂ ਰਹਿੰਦੇ। ਇੱਕ ਇਨਾਮ ਵੰਡ ਸਮਾਰੋਹ ਵਿੱਚ ਇੱਕ ਛੋਟੇ ਜਿਹੇ ਲੜਕੇ ਨੂੰ ਲੰਮਿਆਂ ਦੇ ਮੁਕਾਬਲੇ ਵਿੱਚ ਦੌੜ ਵਿੱਚੋਂ ਅਵੱਲ ਆਉਣ ਦਾ ਇਨਾਮ ਮਿਲਣ ਤੋਂ ਬਾਅਦ ਜਦੋਂ ਉਸ ਨੂੰ ਉਸ ਦੀ ਸਫਲਤਾ ਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਰੱਬ ਨੂੰ ਧਿਆ ਕੇ ਕਿਹਾ ਸੀ, ਰੱਬ ਜੀ, ਮੈਂ ਹਿੰਮਤ ਕਰਾਂਗਾ, ਤੁਸੀਂ ਮਦਦ ਕਰਨੀ। ਮੈਂ ਪੈਰ ਰੱਖਦਾ ਜਾਵਾਂਗਾ, ਤੁਸੀਂ ਪੈਰ ਚੁੱਕਦੇ ਜਾਣਾ। ਮੈਂ ਆਪਣਾ ਕੰਮ ਕਰਦਾ ਗਿਆ, ਰੱਬ ਜੀ ਆਪਣਾ ਕੰਮ ਕਰਦੇ ਗਏ। ਮੈਂ ਰੱਬ ਨੂੰ ਹਾਰਨ ਥੋੜ੍ਹੀ ਦੇਣਾ ਸੀ। ਸੰਸਾਰ ਵਿੱਚ ਕੇਵਲ 2% ਲੋਕ ਹੀ ਆਪਣੀ ਪਸੰਦ ਦਾ ਕੰਮ ਕਰਦੇ ਹਨ। ਬਹੁਤ ਘੱਟ ਲੋਕਾਂ ਨੂੰ ਆਪਣੇ ਕੰਮ ਵਿੱਚ ਦਿਲਚਸਪੀ ਹੁੰਦੀ ਹੈ। ਦਿਲਚਸਪੀ ਦੀ ਇਸ ਘਾਟ ਕਾਰਨ ਹੀ ਉਹ ਥੱਕਦੇ ਹਨ। ਥਕਾਵਟ ਉਤਸੁਕਤਾ ਨੂੰ ਮਾਰ ਦਿੰਦੀ ਹੈ। ਉਤਸੁਕਤਾ ਦੀ ਭਾਵਨਾ ਹੀ ਜਵਾਨੀ ਨੂੰ ਬੁਢੇਪੇ ਨਾਲੋਂ ਨਿਖੇੜਦੀ ਹੈ। ਇਸ ਉਤਸੁਕਤਾ ਦੀ ਅਣਹੋਂਦ ਕਾਰਨ ਹੀ ਲੋਕ ਜਵਾਨੀ ਵਿੱਚ ਹੀ ਸਨਕੀ, ਸ਼ੰਕਾਲੂ ਅਤੇ ਸਫਲਤਾ ਦੇ ਵਿਰੋਧੀ ਹੋ ਨਿਬੜਦੇ ਹਨ। ਉਤਸੁਕਤਾ, ਆਸ ਅਤੇ ਉਮੀਦ ਤੋਂ ਬਿਨਾਂ ਮਨੁੱਖ ਛੱਪੜ ਦੇ ਪਾਣੀ ਵਾਂਗ ਸੁੱਕ ਜਾਂਦਾ ਹੈ। ਚੱਕਰਾਂ ਵਿੱਚ ਘੁੰਮਦੇ ਮਨ ਨਾਲ ਸਿੱਧਾ ਸੋਚਣਾ ਸੰਭਵ ਨਹੀਂ ਹੁੰਦਾ। ਜਦੋਂ ਮਨ ਬਹਿ ਜਾਵੇ ਅਤੇ ਸਰੀਰ ਇਨਕਾਰੀ ਹੋ ਜਾਵੇ, ਉਦੋਂ ਆਪਣੇ ਪੈਰਾਂ 'ਤੇ ਖੜੇ ਹੋਣਾ ਸੰਭਵ ਨਹੀਂ ਹੁੰਦਾ। ਸਮੱਸਿਆਵਾਂ ਦੀ ਕੋਈ ਨਿਰਪੇਖ ਹੋਂਦ ਨਹੀਂ ਹੁੰਦੀ, ਇਹ ਸਦਾ ਸਾਪੇਖ ਹੁੰਦੀਆਂ ਹਨ। ਇਹਨਾਂ ਨੂੰ ਅਸੀਂ ਆਪ ਹੀ ਸਮਝਣਾ ਅਤੇ ਸੁਲਝਾਉਣਾ ਹੁੰਦਾ ਹੈ। ਇਵੇਂ ਹੀ ਬਾਹਰ ਨਾ ਦੁੱਖ ਹੈ ਨਾ ਸੁੱਖ ਹੈ, ਇਹ ਸਾਡੇ ਆਪਣੇ ਹੀ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ। ਕਿਸੇ ਡੂੰਘੀ ਸੱਟ ਜਾਂ ਵੱਡੇ ਘਾਟੇ ਤੋਂ ਬਿਨਾਂ ਡੂੰਘੀ ਸੋਝੀ ਨਹੀਂ ਮਿਲਦੀ। ਬੜੀ ਦੇਰ ਮਗਰੋਂ ਪਤਾ ਲੱਗਦਾ ਹੈ ਕਿ ਦੁਸ਼ਮਣ ਨੂੰ ਹਰਾਇਆ ਤਾਂ ਜਾ ਸਕਦਾ ਹੈ, ਜਿੱਤਿਆ ਨਹੀਂ ਜਾ ਸਕਦਾ। ਹਰ ਗਿਆਨ ਦੋ ਧਾਰਾ ਖੰਡਾ ਹੁੰਦਾ ਹੈ। ਇਹ ਨਵੇਂ ਨੂੰ ਸਿਰਜਦਾ ਹੈ, ਪੁਰਾਣੇ ਨੂੰ ਵਿਸਾਰਦਾ ਹੈ। ਬੜੀ ਦੇਰ ਮਗਰੋਂ ਸਮਝ ਆਉਂਦੀ ਹੈ ਕਿ ਜਦੋਂ ਤੁਸੀਂ ਕਿਸੇ ਚੰਗੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਉਹ ਹੋਰ ਸ਼ਕਤੀਸ਼ਾਲੀ ਬਣ ਜਾਂਦੀ ਹੈ। ਜਦੋਂ ਤੁਸੀਂ ਭੈੜੀ ਚੀਜ਼ ਦਾ ਵਿਰੋਧ ਕਰਦੇ ਹੋ ਤਾਂ ਵਿਰੋਧ ਸ਼ਕਤੀਸ਼ਾਲੀ ਹੋ ਜਾਂਦਾ ਹੈ। ਜਦੋਂ ਤੁਸੀਂ ਲੋਕਾਂ ਦੀ ਤਾਕਤ ਬਣਦੇ ਹੋ, ਲੋਕ ਤੁਹਾਡੀ ਤਾਕਤ ਬਣ ਜਾਂਦੇ ਹਨ। ਇਵੇਂ ਹਿੰਮਤ ਨੂੰ ਹਿੰਮਤ ਦੀ ਜਾਗ ਲੱਗਦੀ ਹੈ। ਜਦੋਂ ਕਦਮ ਨਾਲ ਕਦਮ ਮਿਲਦੇ ਹਨ ਤਾਂ ਧਮਕ ਪੈਣ ਲੱਗ ਪੈਂਦੀ ਹੈ ਅਤੇ ਭੀੜ ਫੌਜ ਦਾ ਰੂਪ ਧਾਰਨ ਕਰ ਲੈਂਦੀ ਹੈ। ਖਲੋਤੇ ਕਦਮਾਂ ਨਾਲ ਕੋਈ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ। ਸਿਦਕ ਅਤੇ ਜਿੱਦ ਵਿੱਚ ਬੜਾ ਵੱਡਾ ਅੰਤਰ ਹੁੰਦਾ ਹੈ। ਮਾਤਮੀ ਜਲੂਸਾਂ ਅਤੇ ਇਨਕਲਾਬੀ ਵਹੀਰਾਂ ਵਿੱਚ ਸਭ ਕੁਝ ਵੱਖਰਾ ਹੁੰਦਾ ਹੈ। ਅੰਤਰ ਰਫ਼ਤਾਰ ਅਤੇ ਨਿਸ਼ਾਨੇ ਦਾ ਹੁੰਦਾ ਹੈ। ਆਪਣੇ ਨਿਸ਼ਾਨੇ ਨੂੰ ਸਿੱਧਾ ਰੱਖਣ ਲਈ ਵਿਸ਼ਕਰਮਾ ਵਾਲੀ ਉਸਾਰੂ ਅਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨ ਲਈ ਸਾਨੂੰ ਮਹਾਂਪੁਰਸ਼ਾਂ, ਮਹਾਨ ਵਿਅਕਤੀਆਂ ਅਤੇ ਮਹਾਨ ਪੁਸਤਕਾਂ ਤੋਂ ਪ੍ਰੇਰਨਾ ਲੈਣੀ ਪਵੇਗੀ। ਮਹਾਨ ਰਚਨਾਵਾਂ ਸਾਨੂੰ ਸੰਸਿਆਂ ਦੇ ਜੰਗਲ ਵਿੱਚੋਂ ਬਾਹਰ ਲੈ ਜਾਂਦੀਆਂ ਹਨ। ਇਹ ਸਾਡੇ ਜੀਵਨ ਵਿੱਚ ਉਵੇਂ ਹੀ ਰਸ ਭਰ ਦਿੰਦੀਆਂ ਹਨ ਜਿਵੇਂ ਸੰਗੀਤ ਨਾਲ ਗੀਤ ਦੀ ਰੌਣਕ, ਰੋਚਕਤਾ ਅਤੇ ਰੌਸ਼ਨੀ ਵੱਧ ਜਾਂਦੀ ਹੈ। ਸਫਲਤਾ ਵੀ ਇੱਕ ਤੀਰਥ ਯਾਤਰਾ ਹੈ। ਤੀਰਥ ਉਸ ਸਥਾਨ ਨੂੰ ਕਹਿੰਦੇ ਹਨ ਜਿਹੜਾ ਹਿੰਮਤ ਨਾਲ ਪਹਾੜ ਅਤੇ ਨਦੀ ਪਾਰ ਕਰਕੇ ਆਉਂਦਾ ਹੈ, ਜਿੱਥੇ ਆਪਣੇ ਆਪ ਤੋਂ ਪਾਰ ਜਾਣਾ ਹੁੰਦਾ ਹੈ।
ਆਪਣੇ ਆਪ ਨੂੰ ਹਿੰਮਤ ਦਾ ਤੋਹਫਾ ਦਿਓ, ਅੱਗੇ ਹੀ ਬੜੀ ਦੇਰ ਹੋ ਚੁੱਕੀ ਹੈ, ਸਫ਼ਰ ਬੜਾ ਲੰਮਾ ਹੈ, ਹੋਰ ਰੁਕਣਾ ਮਨਾ ਹੈ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਇਸ ਦੇ ਅਗਲੇ ਲੇਖ ਨਾਲ।